कॉन्ट्रैक्ट फार्मिंग कानून दे नाल जुड़ी इस वड्डी खबर दे नाल। जी हां, कानून रद्द करन दी तैयारी दे विच है पंजाब सरकार। 2013 दे विच पंजाब दे विच लागू होया सी इह कानून ते अकाली बीजेपी सरकार दे वेले इस नूं पास कीता गया सी। हुण संसद विच खेतीबाड़ी मंत्री नरेंद्र तोमर ने पंजाब दे कॉन्ट्रैक्ट फार्मिंग कानून ते सवाल चुके सी। तोमर ने कानून दे विच किसानां नूं सज़ा दी तजवीज़ ते भी सवाल चुके सी, जिस तो बाद हुण कानून रद्द करन दी तैयारी दे विच है पंजाब सरकार। अकाली बीजेपी दी सरकार वेले पास होया कानून हुण कांग्रेस दी सरकार रद्द करन दी तैयारी दे विच है। इस दे लई कांग्रेस दे विच चर्चावां दा दौर भी लगातार जारी है। मीटिंगां हो रही ने, चर्चा की जा रही है, क्योंकि इसे दे आधार ते जो है वो सवाल खेतीबाड़ी मंत्री दे वल्लों चुके गए सी कांग्रेस ते। सीधा रुख करदे हां, पंकज कपाही साडे सहयोगी जुड़े ने। तां पंकज, कांग्रेस विरोध करदी सी तां सीधे तौर ते पंजाब कांग्रेस दे आगूआं ने सुनना पैंदा सी कि तुसीं किहड़े मूंह दे नाल विरोध कर रहे हो। ये कानून पंजाब दे विच पास हो चुका है, तां हुण फिलहाल की कुछ अपडेट है? ਤਿੰਨ खेती कानून लगातार पिछले 3 ਮਹੀਨਿਆਂ ਤੋਂ ਦਿੱਲੀ ਦੀਆਂ ਸੜਕਾਂ ਤੇ ਕਿਸਾਨ ਬੈਠੇ ਹੋਏ ਨੇ, ਵਿਰੋਧ ਕੀਤਾ ਜਾ ਰਿਹਾ। ਔਰ ਇਹਨਾਂ ਤਿੰਨਾਂ ਕਾਨੂੰਨਾਂ ਦੇ ਵਿੱਚ ਇੱਕ ਹੈ ਕੰਟਰੈਕਟ ਫਾਰਮਿੰਗ। ਔਰ ਕਿਸਾਨਾਂ ਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਜ਼ਮੀਨਾਂ ਜਿਹੜੀਆਂ ਨੇ ਉਹ ਪ੍ਰਾਈਵੇਟ ਘਰਾਣੇ ਆਣਗੇ, ਕਬਜ਼ੇ ਹੋ ਜਾਣਗੇ। ਇਸ ਕੰਟਰੈਕਟ ਫਾਰਮਿੰਗ ਨੂੰ ਲੈ ਕੇ ਖਦਸ਼ੇ ਹੈ। ਲੇਕਿਨ ਇਹ ਕਾਨੂੰਨ 2013 ਦੇ ਵਿੱਚ ਵਿਧਾਨ ਸਭਾ 'ਚ पंजाब च पारित किया गया सी। उस वेले अकाली भाजपा की सरकार सी और ये पंजाब च यानी कि कानून पहला तो ही 2013 तो ही चल रहा है और अजे तक कांग्रेस वालों इन्हां कानूनों नूं रद्द नहीं किया गया। मेरे नाल सुनील जाखड़ ने, कांग्रेस प्रधान। जाखड़ साहब, लगातार तुहाडे वालों खेती कानूनों का विरोध किया जा रहा है जो केंद्र वालों है, लेकिन 2013 तो पंजाब च कंट्रैक्ट फार्मिंग पहला तो ही चल रही है। कंट्रैक्ट फार्मिंग चल रही है, पर जिहड़े तुसीं कानून की गल कर रहे हो, हर एक बंदा अपनी जमीन ठेके ते दिंदा है। दैट इज़ ए कंट्रैक्ट फार्मिंग। ਉਹਨੂੰ ਤੁਸੀਂ ਲਿਖਾ ਪੜ੍ਹੀ ਕਰਕੇ ਜਦੋਂ ਵੱਡੀ ਕਾਰਪੋਰੇਸ਼ਨਸ ਆ ਜਾਣਗੀਆਂ, ਵੱਡੀ ਕੰਪਨੀਆਂ ਆ ਜਾਣਗੀਆਂ, ਉਹਨੂੰ ਕੰਟਰੋਲ ਕਰਨ ਵਾਸਤੇ ਆ ਜਿਹੜਾ ਕੰਟਰੈਕਟ ਫਾਰਮਿੰਗ ਐਕਟ ਲੈ ਕੇ ਕੌਣ ਆਇਆ ਸੀਗਾ? ਅਕਾਲੀ ਤੇ ਬੀਜੇਪੀ। ਅੱਜ ਉਹ ਕੋਈ ਨਾ ਬਾਦਲ ਸਾਹਿਬ ਬੋਲ ਰਹੇ, ਨਾ ਹੀ ਜਦੋਂ ਤੁਸੀਂ ਉਸ ਸਮੇਂ ਦੀ ਰਿਕਾਰਡਿੰਗ ਕੱਢ ਕੇ ਦੇਖੋ ਵਿਧਾਨ ਸਭਾ ਦੀਆਂ। ਮਨੋਰੰਜਨ ਕਾਲੀਆ ਜੀ ਬੀਜੇਪੀ ਦੇ ਜਿਹੜੇ ਹੈ, ਮੈਂ ਹੈਰਾਨ ਹਾਂ। ਤੋਮਰ ਸਾਹਿਬ ਨੇ ਐਡੇ ਵੱਡੇ ਬਿਆਨ ਦੇਤੇ, कांग्रेस ते इल्ज़ाम लगा रहे, पंजाब ते इल्ज़ाम लगा रहे। अंदर आपदी मंजी दे हेठां दा सोटा मार के देखण तोमर साहब बनाया किने सीगा। बादल साहब क्यों नहीं बोलते भी की मजबूरी सी बादल साहब दी भी किसानां नूं 1 साल दी सज़ा दा उन्होंने ਉਹਦੇ 'ਚ एक प्रोविजन रखता किसानां नूं सज़ा। लगभग 4 साल हो गए ਤੁਹਾਡੀ ਸਰਕਾਰ ਨੂੰ, ਫਿਰ ਕਿਉਂ ਨਹੀਂ ਤੁਸੀਂ ਰੱਦ ਕੀਤਾ? ਤਾਂ ਤੁਸੀਂ ਰੱਦ ਕਰ ਸਕਦੇ ਸੀ। ਦੇਖੋ, ਸਾਡੇ ਵਿਰੋਧ ਕਰਕੇ ਉਸ ਕਾਨੂੰਨ ਦੇ ਨਾ ਤਾਂ ਰੂਲ ਫਰੇਮ ਹੋਏ, ਨਾ ਹੀ ਜਿਹੜਾ ਕਮਿਸ਼ਨ ਬਣਨਾ ਸੀਗਾ। ਹਰੇਕ ਡਿਸਟ੍ਰਿਕਟ ਲੈਵਲ ਤੇ, ਸਟੇਟ ਲੈਵਲ ਤੇ ਵੀ ਇਸ ਕਿਸਮ ਦੇ ਝਗੜੇ ਹੋਣਗੇ, ਕੌਣ ਸੈਟਲ ਕਰੂਗਾ? ਬਾਦਲ ਸਾਹਿਬ ਦੇਖੋ ਇਹਨਾਂ ਵਾਂਗੂ ਹੰਕਾਰੀ ਤਾਂ ਨਹੀਂ ਸੀਗੇ। ਉਹਨਾਂ ਨੇ ਦੇਖ ਲਿਆ ਵੀ ਨਬਜ਼ ਤਾਂ ਸਮਝ ਕੇ ਲੋਕਾਂ ਦੀ, ਜਦੋਂ ਐਡਾ ਵੱਡਾ ਵਿਰੋਧ ਹੋਇਆ ਵੀ ਕਿਸਾਨਾਂ ਨੂੰ ਤੁਸੀਂ ਸਜ਼ਾ ਕਰਨ ਲੱਗੇ ਹੋ, ਉਹਨਾਂ ਨੇ ਫਿਰ ਉਸੇ ਤੇ ਆਪਦਾ ਢੱਕ ਕੇ ਬਹਿ ਗਏ। ਨਾ ਤਾਂ ਰੂਲ ਫਰੇਮ ਕੀਤੇ, ਨਾ ਕਮਿਸ਼ਨ ਬਣਿਆ। ਤੇ ਉਹ ਜਿਹੜਾ ਕਾਨੂੰਨ ਬਣਿਆ, ਕਾਹਦਾ ਕਾਨੂੰਨ ਤਾਂ ਇੱਕ ਕਾਗਜ਼ ਦੇ ਬਰਾਬਰ ਹੈ, ਜਿਹੜਾ ਉਹਦੀ ਕੋਈ ਅੱਜ ਦੇ ਦਿਨ ਇੰਪਲੀਕੇਸ਼ਨ ਹੈ ਕਿਤੇ ਉਹ ਲਾਗੂ ਨਹੀਂ ਹੋ ਰਿਹਾ। ਪਰ ਅੱਜ ਜੇ ਇਸ ਦਾ ਕਿਸੇ ਨੂੰ ਇਸ ਕਿਸਮ ਦਾ ਖਦਸ਼ਾ ਹੈ, ਤੋਮਰ ਸਾਹਿਬ ਉਸ ਗੱਲ ਨੂੰ ਵਾਪਸ ਚੱਕਣਾ ਚਾਹੁੰਦੇ, ਗੜੇ ਮੁਰਦੇ ਵਾਪਸ ਉਗਾੜਨਾ ਚਾਹੁੰਦੇ, ਤੇ ਅਸੀਂ ਸੀਐਮ ਸਾਹਿਬ ਨਾਲ ਗੱਲ ਕਰਕੇ ਲੋੜ ਹੋਈ। ਅਦਰਵਾਈਜ਼ ਆਈ ਥਿੰਕ ਦਿਸ ਲਾਅ ਇਜ਼ ਨਾਟ ਇਵਨ ਆਪਰੇਸ਼ਨਲ, ਡਿਫੰਕਟ ਹੈ। ਪਰ ਉਹਨੂੰ ਜੇ ਇਹਨਾਂ ਨਾਲ ਇੰਨੇ ਕਿ ਇਹਨਾਂ ਦਾ ਤਸੱਲੀ ਹੁੰਦੀ ਹੈ ਤੋਮਰ ਸਾਹਿਬ ਦੀ, ਤੇ ਉਹਨੂੰ ਰੱਦ ਕਰ ਦੇਂਗੇ। ਪਰ ਆ ਜਿਹੜੇ ਸਵਾਲ ਹੈ, ਹੁਣ ਬਜਟ ਇਜਲਾਸ ਆ ਰਿਹਾ, ਬਜਟ ਇਜਲਾਸ ਪੰਜਾਬ ਸਰਕਾਰ ਰੱਦ ਕਰੇਗੀ, ਇਸ ਗੱਲ ਦਾ ਜ਼ਿਕਰ ਤੁਸੀਂ ਨਿਊਜ਼ 18 ਤੇ ਕਰ ਰਹੇ। ਇਸ ਗੱਲ ਦਾ ਫੈਸਲਾ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਕਰਨਗੇ, ਕਾਨੂੰਨੀ ਰਾਏ ਲੈ ਕੇ ਵੀ ਇਹਦਾ ਕੀ ਇੰਪਲੀਕੇਸ਼ਨ ਕੀ ਹੈ। ਜਿਹੜਾ ਇੱਕ ਰੱਦੀ ਦਾ ਕਾਗਜ਼ ਹੈ, ਉਹਨੂੰ ਰੱਦ ਕਰਨ ਦੀ ਲੋੜ ਵੀ ਹੈ ਜਾਂ ਉਹਨੂੰ ਤਰਮੀਮ ਕਰਨ ਦੀ ਲੋੜ ਹੈ ਜਾਂ ਕੀ ਕਰਾਉਣਾ, ਉਹ ਫੈਸਲਾ ਕਰ ਲਾਂਗੇ। ਬਟ ਸਾਡਾ ਜਿਹੜਾ ਪੰਜਾਬ ਕਾਂਗਰਸ ਦਾ ਜਾਂ ਕਾਂਗਰਸ ਦਾ ਨੈਸ਼ਨਲ ਲੈਵਲ ਤੇ ਹੈ, ਅਸੀਂ ਕਿਸਾਨਾਂ ਦੇ ਵਿਰੋਧ 'ਚ ਕੋਈ ਵੀ ਕਿਸੇ ਕਿਸਮ ਦਾ ਕਾਨੂੰਨ ਹੈ ਉਹਦੀ ਡਟ ਕੇ ਮੁਖਾਲਫਤ ਕਰਾਂਗੇ। ਉਹਨੂੰ ਅਸੀਂ ਤਾਂ ਕਾਲੇ ਕਾਨੂੰਨ ਰੱਦ ਕਰਾਉਣ ਦੀ ਗੱਲ ਕਰੀ ਜਾਂਦੇ ਹਾਂ। ਆਹ ਕਾਨੂੰਨ ਬਣੇ। ਅਕਾਲੀ ਭਾਜਪਾ ਕਹਿ ਰਹੀ ਹੈ, ਆਮ ਆਦਮੀ ਪਾਰਟੀ ਵੱਲੋਂ ਸਵਾਲ ਚੁੱਕੇ ਜਾ ਰਹੇ ਹੈ ਕਿ 4 ਸਾਲ ਹੋ ਗਏ ਤੁਹਾਡੀ ਸਰਕਾਰ ਨੂੰ, ਹੁਣ ਵਿਰੋਧ ਨੂੰ ਦੇਖਦੇ ਹੋਏ ਹੁਣ ਤੁਸੀਂ ਰੱਦ ਕਰਨ ਦੀ ਗੱਲ ਕਰ ਰਹੇ ਹੋ। ਪਹਿਲਾਂ ਕਿਉਂ ਨਹੀਂ? 4 ਸਾਲਾਂ ਪਹਿਲਾਂ ਕਿਉਂ ਨਹੀਂ? ਸਾਹਿਬ, ਜਿਹੜਾ ਕਿਹਨੂੰ ਰੱਦ ਕਰੀਏ? ਜਿਹੜਾ ਕਾਨੂੰਨ ਕੋਈ ਲਾਗੂ, ਮੈਨੂੰ ਦੱਸਣ ਤਾਂ ਸਹੀ ਸੁਖਬੀਰ ਜੀ, ਵੀ ਪਹਿਲਾਂ ਤਾਂ ਬਣਾਇਆ ਕਿਉਂ ਸੀ ਬੀਜੇਪੀ ਵਾਲਿਆਂ ਨੇ? ਕੌਣ ਕਹਿ ਰਿਹਾ ਵੀ ਹੈ ਕਿਉਂ ਨਹੀਂ ਰੱਦ ਕੀਤੇ? ਬਣਾਇਆ ਕਿਹਨੇ ਸੀ? ਉਹ ਜਵਾਬ ਦੇਣ ਵੀ ਕਿਉਂ ਬਣਾਇਆ ਸੀਗਾ, ਫਿਰ ਕਿਉਂ ਨਹੀਂ ਲਾਗੂ ਕੀਤਾ? ਲਾਗੂ ਬਣਿਆ ਤਾਂ 13 ਦਾ, ਤੁਸੀਂ 7 ਸਾਲ ਦੀ ਗੱਲ ਕਰੋ, 8 ਸਾਲ ਦੀ ਗੱਲ ਕਰੋ, ਤੁਸੀਂ 4 ਸਾਲ ਦੀ ਗੱਲ ਕਿਉਂ ਕਰੀ ਜਾਂਦੇ ਹੋ ਵੀ ਕਿਉਂ ਨਹੀਂ ਲਾਗੂ ਹੋਇਆ? ਕਿਉਂਕਿ ਲੋਕਾਂ ਦਾ ਵਿਰੋਧ ਸੀਗਾ, ਕਾਂਗਰਸ ਪਾਰਟੀ ਦਾ ਵਿਰੋਧ ਸੀਗਾ।
ਸਾਡਾ ਵਿਰੋਧ ਅਸੀਂ ਬਾਹਰ ਸਾਡੀ ਜਿਹੜੀ ਚਾਹੇ ਉਹ ਮੌਕ ਸੈਸ਼ਨ ਸੀਗਾ, ਚਾਹੇ ਵਿਧਾਨ ਸਭਾ ਦੇ ਬਾਹਰ ਲਾਇਆ, ਵਿਧਾਨ ਸਭਾ ਦੀ ਲੌਬੀ 'ਚ ਲਾਇਆ ਅਸੀਂ। ਮੈਨੂੰ ਯਾਦ ਆ ਉਸ ਵੇਲੇ ਤੁਸੀਂ ਬਾਈਕਾਟ ਕੀਤਾ ਸੀ, ਕਾਂਗਰਸ ਵੱਲੋਂ ਬਾਈਕਾਟ ਕੀਤਾ ਗਿਆ ਸੀ ਉਦੋਂ। ਸਾਡੀ ਤਰਨਤਾਰਨ ਦੀ ਦਲਿਤ ਬੱਚੀ ਦੇ ਨਾਲ ਪੁਲਿਸ ਨੇ ਧੱਕਾ ਕੀਤਾ ਸੀ। ਇਹ ਜਿਹੜੇ ਅੱਜ ਧੱਕਾ ਕਰਦੇ ਫਿਰਦੇ ਆ, ਇਹਨਾਂ ਨੇ ਇੱਕ ਬੱਚੀ ਨੂੰ ਨਹੀਂ ਬਖਸ਼ਿਆ। ਉਸ ਬੱਚੀ ਦੇ ਹੱਕ 'ਚ ਸਾਡੇ 9 MLAs ਨੂੰ ਸਦਨ 'ਚੋਂ ਇਹਨਾਂ ਨੇ ਪੂਰੇ ਸੈਸ਼ਨ ਵਾਸਤੇ ਨਿਸ਼ਕਾਸਿਤ ਕਰਤਾ ਸੀਗਾ, ਐਕਸਪੈਲ ਕਰਤਾ ਸੀ। ਉਹਦੇ ਬਾਅਦ ਅਸੀਂ ਬਾਹਰ ਸੈਸ਼ਨ ਲਿਆ। ਸਾਡਾ ਜਿਹੜਾ ਸੈਸ਼ਨ ਸੀ ਇਹਨਾਂ ਗੱਲਾਂ ਤੇ ਚੱਲ ਰਿਹਾ ਸੀਗਾ। ਸਾਡੇ ਵਾਲੀ ਰਿਕਾਰਡ ਨਹੀਂ ਕੀਤੀਆਂ ਉਹਨਾਂ ਨੇ, ਪਰ ਤੁਸੀਂ ਉਦੋਂ ਦੀ ਰਿਪੋਰਟਿੰਗ ਕੱਢ ਕੇ ਦੇਖ ਲਓ ਅਖਬਾਰਾਂ 'ਚ। ਆਹੀ ਮਸਲੇ ਸੀਗੇ ਵੀ ਇਹ ਹੁਣ ਤੁਸੀਂ ਕਹਿ ਰਹੇ ਹੋ ਕਿ ਇਹ ਬਜਟ ਇਜਲਾਸ ਇਸ ਕਾਨੂੰਨ ਨੂੰ ਰੱਦ ਕੀਤਾ ਜਾਏਗਾ। ਇਹ ਗੱਲ ਤੁਸੀਂ ਮੁੱਖ ਮੰਤਰੀ ਨਾਲ, ਇਹ ਕਾਨੂੰਨ ਨਾ ਤਾਂ ਕਾਨੂੰਨ ਲਾਗੂ ਹੋਇਆ, ਨਾ ਲਾਗੂ ਹੋਣ ਦੇਾਂਗੇ ਤੇ ਇਹਨੂੰ ਰੱਦ ਵੀ ਕਰ ਦੇਾਂਗੇ। ਇੱਕ 2017 ਚ ਵੀ ਜਿਹੜਾ ਪੰਜਾਬ ਸਰਕਾਰ ਵੱਲੋਂ ਕਾਨੂੰਨ ਲਿਆਂਦੇ ਗਏ ਵਿਧਾਨ ਸਭਾ 'ਚ, ਉਸ ਨੂੰ ਲੈ ਕੇ ਵੀ ਅਕਾਲੀ ਭਾਜਪਾ ਸਵਾਲ ਚੁੱਕ ਰਹੀ। ਉਹ ਕਹਿ ਰਹੀ ਕਿ ਮੰਡੀਆਂ ਦੀ ਖੁੱਲ੍ਹ ਜਿਹੜੀ ਹੈ, ਮੰਡੀਆਂ ਨੂੰ ਪ੍ਰਾਈਵੇਟ ਲਿਆਉਣ ਦੇ ਵਿੱਚ ਜਿਹੜਾ 2017 ਚ ਲਿਆਂਦਾ ਗਿਆ, ਉਹ ਵੀ ਇਸੇ ਕਾਨੂੰਨਾਂ ਨਾਲ, ਕੇਂਦਰ ਸਰਕਾਰ ਦੇ ਕਾਨੂੰਨਾਂ ਨਾਲ ਮੇਲਜੋਲ ਹੈ। ਬੀਜੇਪੀ ਵੀ ਇਹ ਸਵਾਲ ਖੜੇ ਕਰਦੀ ਹੈ ਕਿ ਉਹ ਵੀ ਕਾਨੂੰਨਾਂ ਦੇ ਉੱਤੇ ਕੋਈ ਵਿਚਾਰ ਕੀਤਾ ਜਾ ਰਿਹਾ। ਦੇਖੋ, ਜਿਨ੍ਹਾਂ ਨੂੰ ਸੁਖਬੀਰ ਜੀ ਨੂੰ ਆਹ ਕਾਨੂੰਨ ਕਾਲੇ, ਜਿਹਨੂੰ ਸਾਰੀ ਦੁਨੀਆ ਕਾਲੇ ਕਾਨੂੰਨ ਕਹਿ ਰਹੀ ਹੈ, ਇਹਨੂੰ ਸਮਝਣ 'ਚ 4 ਮਹੀਨੇ ਲੱਗ ਗਏ ਸੀਗੇ। ਸਪਟੈਂਬਰ ਤਾਈਂ ਸਮਝ ਨਹੀਂ ਆਈ, ਇਹਨਾਂ ਦੀ ਵਕਾਲਤ ਕਰ ਰਹੇ ਸੀਗੇ। ਹੁਣ ਇਹਨਾਂ ਨੂੰ 2017 ਵਾਲੇ ਕਾਨੂੰਨ ਮਾੜੇ ਲੱਗਣ ਲੱਗਿਆ। ਇੱਥੇ ਤਾਂ ਇਹਨਾਂ ਨੂੰ ਆਹ ਨਹੀਂ ਸਮਝ ਆਏ 2020 ਵਾਲੇ। ਇਹ ਸਮਝ ਤਾਂ ਲੈਣ ਕਿੱਥੇ ਕੀ ਬੋਲੀ ਜਾਂਦੇ ਆ। ਬੇਸਿਕ ਗੱਲ ਹੈ ਵੀ ਉਹਨਾਂ ਕੰਪਨੀਆਂ ਦੇ ਉੱਤੇ ਨਕੇਲ ਕਿਵੇਂ ਪਾਈ ਜਾਵੇ, ਉਹਨਾਂ ਨੂੰ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ। ਤੇ ਜਿਹੜੇ ਸਾਡੇ ਕਾਨੂੰਨ ਹੈ, ਮੈਂ ਅੱਜ ਵੀ ਕਹਿੰਦਾ ਵੀ ਇਹਨਾਂ ਨੂੰ ਬੁਲਾ ਲਓ। ਮੈਂ ਜਿੱਥੇ ਅਸ਼ਵਨੀ ਸ਼ਰਮਾ ਜੀ ਨੂੰ ਕਹਿੰਦਾ, ਇਹਨਾਂ ਨੂੰ ਵੀ ਕਹਿੰਦੇ ਅਕਾਲੀਆਂ ਨੂੰ ਭੇਜ ਦੇਣ। ਜੇ ਸੁਖਬੀਰ ਜੀ ਨੂੰ ਨਹੀਂ ਐਗਰੀਕਲਚਰ ਦਾ ਪਤਾ ਤਾਂ ਕਿਸੇ ਐਗਰੀਕਲਚਰਲ ਭੁੰਦੜ ਸਾਹਿਬ ਨੂੰ ਭੇਜ ਦੇਣ, ਉਹਨਾਂ ਨਾਲ ਬਹਿਸ ਕਰਵਾ ਦੇਣ। 2017 ਦੇ ਕਾਨੂੰਨਾਂ ਦੀ ਬਿਲਕੁਲ 2017 ਦੇ ਕਾਨੂੰਨ ਹੈ ਕਿ ਜਿਹੜੇ ਵਿਧਾਨ ਸਭਾ 'ਚ ਪੰਜਾਬ ਸਰਕਾਰ ਲਿਆਈ, ਤੁਹਾਡੀ ਸਰਕਾਰ ਲੈ ਕੇ। ਦੇਖੋ, ਸਾਡੇ ਜਿਹੜੇ ਕਾਨੂੰਨ ਬਣੇ, ਸਾਡੀ ਜਿਹੜੀ ਮੰਡੀਆਂ ਦੀ ਪਰਮਿਸ਼ਨ ਦਿੱਤੀ ਹੈ, ਉਹਦੇ ਵਿੱਚ ਦਿੱਤੀ ਹੈ ਫਰੂਟ, ਵੈਜੀਟੇਬਲ, ਟਿੰਬਰ ਐਂਡ ਕੈਟਲ, ਪਸ਼ੂ ਮੰਡੀ ਦੀ, ਸਬਜ਼ੀਆਂ ਦੀ, ਲੱਕੜ ਮੰਡੀ ਦੀ, ਉੱਥੇ ਫੁੱਲਾਂ ਵਾਸਤੇ ਜਿਹੜੀ ਮੰਡੀ ਹੈ ਉਹਨਾਂ ਵਾਸਤੇ ਉਹ ਜੀ ਪਰਮਿਸ਼ਨ ਦਿੱਤੀ। ਉਹਦੇ ਪ੍ਰਾਈਵੇਟ ਘਰਾਣਿਆਂ ਦੀ ਐਂਟਰੀ, ਪ੍ਰਾਈਵੇਟ ਐਂਟਰੀ ਹੈ, ਪਰ ਉਹਨਾਂ ਦੇ ਉੱਤੇ ਹਰੇਕ ਉਹ ਰੂਲ ਲਾਗੂ ਹੋਊਗਾ ਜਿਹੜਾ ਸਾਡੇ ਵਾਲੀ ਮੰਡੀ 'ਚ ਲੱਗਦਾ ਹੈ। ਹਰੇਕ ਉਹ ਟੈਕਸ ਉਹਦੇ ਤੇ ਲਾਗੂ ਹੋਊਗਾ ਜਿਹੜਾ ਸਾਡੇ ਵਾਲੀ ਮੰਡੀ 'ਚ ਲੱਗਦਾ ਹੈ। ਐ ਨਹੀਂ ਵੀ ਉਹ ਆਪ ਦੇ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਲੁੱਟਣ। ਉਹਦੀ ਲੁੱਟ ਤੇ ਕੇਂਦਰ ਸਰਕਾਰ ਵੀ ਇਹ ਕਹਿ ਰਹੀ ਕਿ ਇਹੀ ਚੀਜ਼ਾਂ ਅਸੀਂ ਸੋਧ ਕਰਨ ਨੂੰ ਤਿਆਰ ਹਾਂ। ਕੇਂਦਰ ਕਿਉਂ ਕਰ ਰਹੀ ਹੈ ਫਿਰ? ਪਹਿਲਾਂ ਕਿਉਂ ਬਣਾਏ ਉਹਨਾਂ ਨੇ? ਕਿਉਂ ਬਣਾਏ ਉਹਨਾਂ ਨੇ? ਜਿਹੜੇ ਉਹਨਾਂ ਨੂੰ ਤਾਂ ਸਾਰਾ ਕੁਝ ਦੇਖੋ, ਪਹਿਲਾਂ ਤਾਂ ਉਹਨਾਂ ਦਾ ਅਧਿਕਾਰ ਹੀ ਹੈ ਨਹੀਂ। ਅੱਜ ਪੰਕਜ ਜੀ, ਤੁਸੀਂ ਜਾ ਕੇ ਜੇ ਤੁਹਾਡਾ ਕੋਈ ਅਧਿਕਾਰ ਨਹੀਂ, ਉਹਦੇ ਤੇ ਕਾਨੂੰਨ ਬਣਾਈ ਜਾਣ। ਬੇਸਿਕ ਫੰਡਾਮੈਂਟਲ ਸਵਾਲ ਹੈ ਵੀ ਖੇਤੀਬਾੜੀ ਦਾ ਸੂਬਿਆਂ ਦਾ ਅਧਿਕਾਰ ਹੈ। ਹੁਣ ਸੂਬਿਆਂ ਦੇ ਅਧਿਕਾਰ ਖੋ ਰਹੇ, ਅਸੀਂ ਤਾਂ ਉਹਦੀ ਲੜਾਈ ਲੜੀ ਜਾਂਦੇ ਹਾਂ ਵੀ ਤੁਸੀਂ ਤਾਂ ਉਸ ਗੱਲ ਨੂੰ ਮੋਹਰ ਲਾ ਲਓਗੇ ਵੀ ਆਹ ਅਧਿਕਾਰ ਸਾਡਾ ਹੈ, ਸਾਡਾ ਅਧਿਕਾਰ ਖੋਲਾਂਗੇ। ਅੱਜ ਪਹਿਲਾਂ ਤਾਂ ਅਸੀਂ ਚੰਡੀਗੜ੍ਹ ਵਾਸਤੇ ਲੜੀ ਜਾਂਦੇ ਹਾਂ, ਫਿਰ ਅਸੀਂ ਆਪਦੇ ਅਧਿਕਾਰਾਂ ਵਾਸਤੇ ਲੜਦੇ ਫਿਰਾਂਗੇ ਵੀ ਆਹ ਚੀਜ਼ ਵੀ ਖੋ ਕੇ ਲੈ ਕੇ ਸੂਬਿਆਂ ਕੋਲ। ਦੇਖੋ, ਅੱਛਾ, 2017 ਦੇ ਕਾਨੂੰਨਾਂ 'ਚ ਕੋਈ ਤਬਦੀਲੀ ਨਹੀਂ ਕੀਤੀ ਜਾਏਗੀ, ਉੱਦਾਂ ਹੀ ਰਹਿਣਗੇ। ਪ੍ਰਾਈਵੇਟ ਤੁਸੀਂ ਕਹਿ ਰਹੇ ਹੋ ਕਿ ਐਂਟਰੀ ਹੈ, ਲੇਕਿਨ ਉਹਨਾਂ ਤੇ ਨਕੇਲ ਹੈ। ਦੇਖੋ, ਉਹਦੇ ਵਿੱਚ ਕਿਸੇ ਕਿਸਾਨ ਜਥੇਬੰਦੀ ਨੇ ਅੱਜ ਤੱਕ ਕਿਤੇ ਉਹਦੇ ਕਿੰਤੂ ਪਰੰਤੂ ਨਹੀਂ ਕੀਤੀ। ਸੁਣਿਆ ਕਿਤੇ ਤੁਸੀਂ? ਅਕਾਲੀ ਜਿਨ੍ਹਾਂ ਨੂੰ ਉਸ ਕਾਲੇ ਕਾਨੂੰਨ ਦੀ ਸਮਝ ਨਹੀਂ ਆਈ, ਜਿਹਦੇ ਤੇ ਦਸਖਤ ਕਰਕੇ ਆਏ ਆ, ਜਿਹਦੇ 'ਚ ਆਪ ਕੈਬਨਿਟ 'ਚ ਬੈਠੇ ਸੀ, 4 ਮਹੀਨੇ ਵਕਾਲਤ ਕੀਤੀ ਇਹਨਾਂ ਨੇ, ਉਹ ਇਹਨਾਂ ਕਾਨੂੰਨਾਂ ਨੂੰ ਕੀ ਸਮਝਣਗੇ? ਜਿਹੜੇ ਕਿਸਾਨ, ਉਹਨਾਂ ਤੇ ਇੱਕ ਵਾਰੀ ਵੀ ਨਹੀਂ ਕਿਹਾ ਵੀ ਪੰਜਾਬ ਵਾਲੇ ਕਾਨੂੰਨਾਂ 'ਚ ਸਾਨੂੰ ਕੋਈ ਸ਼ੱਕ ਹੈ। ਇਹ ਕਦੋਂ ਦੇ ਕਿਸਾਨ ਬਣ ਗਏ? ਮੈਂ ਇਸੇ ਕਰਕੇ ਕਹਿ ਰਿਹਾ ਵੀ ਭੁੰਦੜ ਸਾਹਿਬ ਨੂੰ ਪੁੱਛੋ, ਚੰਦੂ ਮਾਜਰਾ ਜੀ ਨੂੰ ਪੁੱਛੋ, ਸੁਖਬੀਰ ਜੀ ਨੂੰ ਤਾਂ ਕੋਈ ਹੋਰ ਕੰਮ ਪੁੱਛੋ, ਜਿਹੜੇ ਉਹਨਾਂ ਦੇ ਕੰਮ ਕਰਨ ਵਾਲੇ ਬਿਜ਼ਨਸ ਦੀ ਗੱਲ ਕਰੋ ਤਾਂ ਆਪ ਕਾਰਪੋਰੇਟ ਹੈ। ਅੱਛਾ, 2013 ਦੇ ਕਾਨੂੰਨਾਂ 'ਚ ਜੋ ਅਕਾਲੀ ਭਾਜਪਾ ਸਰਕਾਰ ਵੇਲੇ ਸੀ, ਉਹਨਾਂ 'ਚ ਕੀ ਖਾਮੀਆਂ ਸੀਗੀਆਂ ਜਿਹੜਾ ਹੁਣ ਤੁਸੀਂ ਕਹਿ ਰਹੇ ਹੋ ਕਿ ਬਜਟ ਇਜਲਾਸ ਉਹਨਾਂ ਨੂੰ ਰੱਦ ਕੀਤਾ ਜਾਏਗਾ? ਉਹਨਾਂ 'ਚ ਕੀ ਖਾਮੀਆਂ ਸੀਗੀਆਂ? ਦੇਖੋ, ਸਾਰੀ ਖਾਮੀਆਂ ਜਦੋਂ ਕਿਸਾਨ ਨੂੰ ਸਜ਼ਾ ਦਾ ਪ੍ਰੋਵੀਜ਼ਨ ਕਰਤਾ, ਉਸ ਤੋਂ ਬਾਅਦ ਹੋਰ ਕੀ ਕਰੋਗੇ? ਹੁਣ ਵਿਚਾਰਾ ਤਾਂ ਪਹਿਲਾਂ ਹੀ ਫਾਇਆ ਲਈ ਜਾਂਦਾ ਸੀ, ਉਹਨੂੰ ਫੇਰ ਸਫਾਏ ਤੇ ਟੰਗ ਦਿਓਗੇ। ਕਾਨੂੰਨ ਦੇ ਵਿੱਚ ਬੇਸਿਕ ਜਿਹੜੀ ਅੱਜ ਤਾਈਂ ਕਿਸਾਨ ਦੇ ਉੱਤੇ ਸਜ਼ਾ ਦਾ ਪ੍ਰੋਵੀਜ਼ਨ ਨਹੀਂ ਸੀਗਾ ਕਿਸੇ ਕੰਟਰੈਕਟ ਦੇ ਅੰਦਰ। ਉਹ ਇਹਨਾਂ ਨੇ ਅਕਾਲੀਆਂ ਨੇ ਪਾਇਆ, ਬੀਜੇਪੀ ਨੇ ਪਾਇਆ। ਦੋਨੋਂ ਬਰਾਬਰ ਦੇ ਉਸ ਪਾਪ ਦੇ ਬਰਾਬਰ ਭਾਗੀਦਾਰੀ ਹੈ ਦੋਨਾਂ ਦੀ। ਉਹ ਬੋਲਦੇ ਨਹੀਂ। ਕੰਟਰੈਕਟ ਫਾਰਮਿੰਗ ਬਾਰੇ ਇਹ ਕਿਹਾ ਜਾਂਦਾ ਹੈ ਕਿ 2013 ਨਹੀਂ, 2013 ਤੋਂ ਪਹਿਲਾਂ ਵੀ 2002 ਚ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਉਸ ਵੇਲੇ ਦੀ ਸਰਕਾਰ ਸੀਗੀ, ਉਸ ਵੇਲੇ ਪੈਪਸੀਕੋ, ਉਸ ਵੇਲੇ ਏਅਰਟੈਲ, ਕਈ ਸਾਰੀਆਂ ਅਜਿਹੀਆਂ ਕੰਪਨੀਆਂ ਜਿਹੜੀਆਂ ਉਹ ਲਿਆਂਦੀਆਂ ਗਈਆਂ ਸੀਗੀਆਂ ਤਾਂ ਕਿ ਪ੍ਰਾਈਵੇਟ ਆਣ, ਇਨਵੈਸਟਮੈਂਟ ਆਵੇ ਔਰ ਫਾਇਦਾ ਹੋਵੇ। ਉਸ ਵੇਲੇ ਉਹ ਮਾਡਲ ਗਲਤ ਸੀਗਾ, 2002 ਵਾਲਾ ਮਾਡਲ ਗਲਤ ਸੀਗਾ। ਦੇਖੋ, ਠੇਕੇ ਤੇ ਜਦੋਂ ਦਿੰਦੇ ਆ, ਠੇਕੇ ਨੂੰ ਕੰਟਰੈਕਟ ਕਹਿੰਦੇ ਹੋ ਇੰਗਲਿਸ਼ ਦੇ ਅੰਦਰ। ਹਰੇਕ ਬੰਦਾ ਪਿੰਡਾਂ ਦੇ ਅੰਦਰ ਆਪਣੀ ਖੇਤੀ ਠੇਕੇ ਤੇ ਦਿੰਦਾ। ਇਸੇ ਕਰਕੇ ਤੁਸੀਂ ਦੇਖੋਗੇ ਵੀ ਜਿਹੜੀ ਫੈਮਿਲੀਜ਼ ਹੈ, ਫਾਰਮਿੰਗ ਫੈਮਿਲੀਜ਼ ਘੱਟ ਹੈ, ਤੇ ਉਹਨਾਂ ਨੇ ਜਿਹੜਾ ਹੈ ਠੇਕੇ ਤੇ ਲੈ ਕੇ ਜ਼ਮੀਨ ਜਿਸ ਤਰ੍ਹਾਂ ਘਟਦੀ ਜਾ ਰਹੀ ਹੈ, ਤੇ ਜਿਹੜੇ ਇੱਥੇ ਕਈ ਪ੍ਰੋਗਰੈਸਿਵ ਸੋ ਕਾਲਡ ਪ੍ਰੋਗਰੈਸਿਵ ਫਾਰਮਰ ਇੱਥੇ ਬੈਠੇ ਹੈ, ਉਹਨਾਂ ਦੀ ਜ਼ਮੀਨਾਂ ਠੇਕੇ ਦੇ ਉੱਤੇ। ਉਸ ਠੇਕੇ ਦੇ ਅੰਦਰ ਉਹਦਾ ਤਾਂ ਮਕਸਦ ਹੀ ਆ ਸੀਗਾ ਵੀ ਜਦੋਂ ਠੇਕੇ ਤੇ ਦਈਏ ਜ਼ਮੀਨ ਤੇ ਕਾਬੂ ਨਾ ਹੋ ਜਾਣ। ਇਹਦੇ ਵਿੱਚ ਤਾਂ ਜੇਲ੍ਹ ਦੀ ਟਰਮ ਕਰਤੀ
ਜੇ ਉਹਨੂੰ ਕੱਢਣ ਨਹੀਂ ਦਿੰਦੇ। ਇਹਨਾਂ ਨੇ ਜਿਹੜੇ ਬੀਜੇਪੀ ਨੇ ਹੁਣ ਬਣਾਏ ਇਹ ਕਾਨੂੰਨ, ਉਹਦੇ ਤੇ ਜਮਾ ਹੀ ਉਹਨਾਂ ਨੇ ਉਂਝਾ ਫੇਰਤਾ। ਸਾਡੇ ਟਾਈਮ ਦੇ ਅੰਦਰ ਜਾਂ ਅਦਰਵਾਈਜ਼ ਜਿਹੜੇ ਹੈ ਅੱਜ ਵੀ ਜ਼ਮੀਨਾਂ ਠੇਕੇ ਤੇ ਦਿੰਦੀਆਂ, ਸਾਲ ਜ਼ਮੀਨਾਂ ਠੇਕੇ ਤੇ ਦਿੰਦੇ ਆ, ਚੱਲ ਰਿਹਾ ਸਾਰਾ ਸਿਸਟਮ ਚੱਲ ਰਿਹਾ। ਇਹ ਕਦੋਂ ਤੋਂ ਚੱਲ ਰਿਹਾ ਠੇਕੇ ਵਾਲਾ, ਔਰ ਇਹ ਕੀ ਪ੍ਰਾਈਵੇਟ ਘਰਾਣੇ ਵੀ ਠੇਕੇ ਤੇ ਲੈ ਰਹੇ? ਕਿਉਂਕਿ ਕੁਝ ਕੰਪਨੀਆਂ ਨੇ ਜ਼ਮੀਨਦਾਰ ਠੇਕੇ ਤੇ ਲੈਂਦੇ ਆ ਸਾਹਿਬ, ਹਰੇਕ ਜ਼ਮੀਨਦਾਰ ਠੇਕੇ ਤੇ ਲੈਂਦੇ ਆ। ਕਈ ਲੋਕ ਜਿਹੜੇ ਇੱਥੇ ਬੈਠੇ ਆਪਣੀ ਜ਼ਮੀਨਾਂ ਠੇਕੇ ਤੇ ਉਹਨਾਂ ਦੇ ਕੰਮ ਚੱਲ ਰਹੇ ਹੈ, ਉਹਦੇ ਵਿੱਚ ਆਹ ਪ੍ਰੋਬਲਮ ਰਹਿੰਦੀ ਹੈ। ਕਿਉਂਕਿ ਜਦੋਂ ਉਹਦੀ ਗਿਰਦਾਵਰੀ ਹੈ, ਜਦੋਂ ਇੱਕ ਸਰਟਨ ਪੀਰੀਅਡ ਤਾਈਂ ਤੁਸੀਂ ਉਹਦੇ ਕੋਲ ਕਾਸ਼ਤਕਾਰ ਜਿਹੜਾ ਕਰਨ ਵਾਲਾ ਉਹਦੇ ਨਾਮ ਜ਼ਮੀਨ ਚੜ ਜਾਂਦੀ ਹੈ, ਇਸ ਕਰਕੇ ਉਹ ਮਹਿਸੂਸ ਕਰਦਾ ਵੀ ਮੈਂ ਠੇਕੇ ਤੇ ਨਹੀਂ ਦੇਣੀ, ਵੀ ਮੇਰੀ ਜ਼ਮੀਨ ਕਿਤੇ ਨਾ ਟਰਾਂਸਫਰ ਹੋ ਜੀ। ਬਹੁਤ ਸਾਰੇ ਖਦਸ਼ੇ ਹੈ ਕਿਸਾਨ ਦੇ। ਬੇਸਿਕ ਏਮ ਸੀਗਾ ਵੀ ਕਿਸਾਨ ਆਪਣੇ ਆਪ ਨੂੰ ਸੇਫ ਮਹਿਸੂਸ ਕਰੇ, ਉਹਦੀ ਜ਼ਮੀਨ ਦੀ ਮਲਕੀਅਤ ਉਹਦੇ ਕੋਲ ਬਣੀ ਰਵੇ। ਫਿਰ ਅਗਰ ਉਹ ਖੇਤੀ ਤੇ ਕਿਸੇ ਨੂੰ ਠੇਕੇ ਦੇਣਾ ਚਾਹੁੰਦਾ ਦੇ ਦੇਵੇ, ਪਰ ਟਰਮਸ ਐਂਡ ਕੰਡੀਸ਼ਨ ਹੈ ਜਿਹੜੀ ਉਹਦੇ ਤੇ ਉਹਨੂੰ ਐਕਸਪਲੋਇਟ ਨਾ ਕੀਤਾ ਜਾਵੇ। ਇਹ ਜਿਹੜੀ ਕਾਰਪੋਰੇਟ ਹੈ ਇਹਦਾ ਤੇ 100 ਪੇਜ ਦੇ ਐਗਰੀਮੈਂਟ ਬਣ ਕੇ ਆ ਜਾਣਗੇ, ਕੌਣ ਉਹਨੂੰ ਸਮਝੂਗਾ, ਕੌਣ ਉਹਦੇ ਵਿੱਚ ਵਕੀਲ ਕੋਲ ਜਾਊਗਾ, ਕਿਹੜੇ ਵਕੀਲ ਜਿਹੜੇ ਉਹਨਾਂ ਦੀ ਕਾਰਪੋਰੇਸ਼ਨ ਦੀ ਜਿਹੜੀ ਤਾਕਤ ਹੈ ਉਹਨੂੰ ਕਿਵੇਂ ਉਹਦੇ ਨਾਲ ਤੁਸੀਂ ਭੇਜੋਗੇ? ਕਿਉਂਕਿ ਪਹਿਲਾਂ ਇਨਵੈਸਟਰ ਮੀਟ ਹੋਈ ਅਕਾਲੀ ਸਰਕਾਰ ਵੇਲੇ, ਸੁਖਬੀਰ ਸਿੰਘ ਬਾਦਲ ਮੁੰਬਈ ਜਾਂਦੇ ਸੀ, ਵਿਦੇਸ਼ਾਂ ਜਾਂਦੇ ਸੀਗੇ, ਇਨਵੈਸਟਰ ਆਉਣ, ਪ੍ਰਾਈਵੇਟ ਇੰਡਸਟਰੀ ਆਵੇ। ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਉਦੋਂ ਵੀ ਇਨਵੈਸਟਰ ਮੀਟ ਮੁੰਬਈ ਗਏ, ਕਈ ਹੋਰ ਮੁਲਕਾਂ 'ਚ ਗਏ। ਤਾਂ ਕੀ ਪ੍ਰਾਈਵੇਟ ਇਨਵੈਸਟਰ ਵਾਲਾ ਫਾਰਮੂਲਾ ਹੁਣ ਕਾਂਗਰਸ ਉਸ 'ਤੇ ਇਤਰਾਜ਼ ਹੈ? ਪੰਜਾਬ 'ਚ ਪ੍ਰਾਈਵੇਟ ਇੰਡਸਟਰੀ ਜਾਂ ਪ੍ਰਾਈਵੇਟ ਜਿਹੜੇ ਕਿਉਂਕਿ ਵੱਡੇ ਜਿਹੜੇ ਘਰਾਣੇ ਨੇ ਉਹੀ ਆ ਕੇ ਇੱਥੇ ਕਰਨਗੇ, ਕੋਲਡ ਸਟੋਰ ਕਈ ਥਾਵਾਂ ਤੇ ਬਣ ਗਏ, ਕਈ ਦੇ ਉਸ 'ਤੇ ਇਤਰਾਜ਼ ਹੈ ਪੰਜਾਬ ਕਾਂਗਰਸ ਨੂੰ? ਤੁਸੀਂ ਮਿਕਸ ਕਰ ਰਹੇ ਹੋ ਦੋ ਗੱਲਾਂ। ਜਦ ਤਾਈਂ ਇੰਡਸਟਰੀਆਂ ਇੱਥੇ ਨਾ ਲੱਗਣਗੀਆਂ, ਨੌਜਵਾਨ ਨੌਕਰੀ ਕਿੱਥੇ ਕਰਨਗੇ? ਖੇਤੀਬਾੜੀ ਦੇ ਅੰਦਰ ਤਾਂ ਮੈਂ ਸਮਝਦਾ ਵੀ ਮੇਰੇ ਬੱਚਿਆਂ ਨੂੰ ਮੈਂ ਹੀ ਨਹੀਂ ਚਾਹੂੰਗਾ ਵੀ ਉਹ ਖੇਤੀਬਾੜੀ ਕਰਨ, ਕਿਉਂਕਿ ਉਹਦੇ 'ਚ ਕੱਢਣ ਕੱਤਣ ਨੂੰ ਕੁਝ ਨਹੀਂ। ਜ਼ਮੀਨਦਾਰੇ ਦੇ ਅੰਦਰ ਤੁਸੀਂ ਅਗਰ ਕਹੋ ਵੀ ਤੁਹਾਡੇ ਬੱਚੇ ਦੀ ਕੋਈ ਹੈ, ਬਟ ਟੂ ਮਚ ਸਟ੍ਰੈਸ ਔਨ ਦਾ ਲੈਂਡ। ਅੱਜ ਜਿਹੜੀ ਜ਼ਮੀਨ ਹੈ ਉਹ ਘਟਦੀ ਜਾ ਰਹੀ ਹੈ, ਪਰਿਵਾਰ ਵੱਧਦੇ ਜਾ ਰਹੇ। ਉਹੀ ਜਿਹੜੇ ਪਰਿਵਾਰ ਦੇ ਕੋਲ 20 ਏਕੜ ਜ਼ਮੀਨ ਸੀ, ਜਦੋਂ 2 ਭਰਾ ਹੋ ਗਏ 10 ਰਹਿ ਗਏ, ਉਹਨਾਂ ਦੇ ਜਦੋਂ ਬੱਚੇ ਹੋਏ 4 5 ਆ ਗਏ। ਸੋ ਓਬਵੀਅਸਲੀ ਉਹਨਾਂ ਨੂੰ ਕਿਤੇ ਨਾ ਕਿਤੇ ਇੰਡਸਟਰੀ ਤਾਂ ਲੱਗੂਗੀ ਪੰਜਾਬ ਦੇ ਅੰਦਰ, ਪਰ ਕਿਸਾਨ ਦੀ ਛਾਤੀ ਦੇ ਉੱਤੇ ਨਹੀਂ ਇੰਡਸਟਰੀ ਲੱਗਣ ਦਿੰਦੇ। ਸਰ ਡਰ ਦਾ ਮਾਹੌਲ ਇੰਡਸਟਰੀ ਨੂੰ ਪੈ ਜਾਏਗਾ ਨਾ, ਕਿਉਂਕਿ ਪੰਜਾਬ 'ਚ ਜ਼ਿਆਦਾ ਕਿਸਾਨੀ ਹੈ, ਕਿਸਾਨੀ ਦੇ ਮਾਡਲ ਦੇ ਉੱਤੇ ਇੰਡਸਟਰੀ ਆਣੀ ਸੀਗੀ। ਆਵੇ ਸਭ, ਉਹਨੂੰ ਰੋਕਦਾ ਕੌਣ ਹੈ? ਕਿਸਾਨੀ ਦੇ ਮਾਡਲ ਦੇ ਉੱਤੇ ਇੱਥੇ ਆ ਕੇ ਪ੍ਰੋਸੈਸਿੰਗ ਇੰਡਸਟਰੀ ਲਗਾਉਂਦੇ ਨੂੰ ਰੋਕਦਾ ਕੌਣ ਹੈ? ਕੋਈ ਨਹੀਂ ਰੋਕਦਾ। ਆਹ ਤਾਂ ਰੌਲਾ ਤਾਂ ਮੰਡੀਆਂ ਦਾ ਪਿਆ, ਜਿਹਦੇ ਵਿੱਚ ਉਹਨਾਂ ਤੇ ਕੋਈ ਬਿਨਾਂ ਲਗਾਮ ਹੀ ਹੈ ਨਹੀਂ, ਕੋਈ ਕੰਟਰੋਲ ਹੀ ਹੈ ਨਹੀਂ। ਪੰਕਜ ਜੀ, ਇਹਦਾ ਈਸਟ ਇੰਡੀਆ ਕੰਪਨੀ ਕੀ ਸੀਗੀ? ਈਸਟ ਇੰਡੀਆ ਕੰਪਨੀ ਸੀ, ਉਹਦੇ ਤੇ ਹਿੰਦੁਸਤਾਨ ਦੇ ਆ ਜਿਹੜੀ ਰਿਆਸਤਾਂ ਸੀ ਉਹਨਾਂ ਦੇ ਕਾਨੂੰਨ ਹੀ ਲਾਗੂ ਨਹੀਂ ਹੁੰਦੇ ਸੀ। ਦੇ ਵਰ ਲਾਅ ਅਨਟੂ ਦੈਮਸੈਲਵਸ। ਔਰ 2017 ਦੇ ਤੁਹਾਡੇ ਮਾਡਲ ਵਿੱਚ ਰੋਕ ਹੈਗੀ ਹੈ ਸਾਰੀਆਂ ਉਹਦੇ 'ਚ ਕੀ? ਦੇਖੋ, ਲਗਾਮ ਸਾਡੇ ਕੋਲ ਹੈ, ਸਰਕਾਰ ਕੋਲ ਲਗਾਮ ਹੈ। ਸਰਕਾਰ ਲੋਕਾਂ ਦੀ ਹੈ, ਕਿਸਾਨਾਂ ਦੀ ਹੈ, ਗਰੀਬਾਂ ਦੀ ਹੈ, ਪੰਜਾਬੀਆਂ ਦੀ ਹੈ, ਸ਼ਹਿਰੀਆਂ ਦੀ ਹੈ, ਉਹਨਾਂ ਦੀ ਲਗਾਮ ਹੈ ਸਾਹਿਬ। ਇਹ ਨਾਲ ਹੀ ਜਿਹੜੀ ਹੈ ਉਸ 'ਚ ਸਭ ਤੋਂ ਵੱਡਾ ਜਿਹੜਾ ਇਹਨਾਂ ਨੇ ਕੀਤਾ ਬੀਜੇਪੀ ਸਰਕਾਰ ਨੇ, ਵੀ ਜਿਹੜੀ ਕੰਪਨੀਆਂ ਬਾਹਰ ਪ੍ਰਾਈਵੇਟ ਮੰਡੀਆਂ ਲਗਾਉਣਗੀਆਂ ਉਹਦੇ ਉੱਤੇ ਸੂਬੇ ਦੀ ਸਰਕਾਰ ਦਾ ਕੋਈ ਕਾਨੂੰਨ ਲਾਗੂ ਨਹੀਂ ਹੋਊਗਾ। ਗੱਲ ਹੀ ਨਿਬੇੜਤੀ ਵੀ ਉਹ ਆਪਣੀ ਮਰਜ਼ੀ ਦੇ ਮਾਲਕ ਹੈ, ਕਿਸੇ ਨੂੰ ਮਾਰਨ ਤਾਂ ਮਾਰਨ, ਛੱਡਣ ਤਾਂ ਛੱਡਣ। ਇਸ ਤਰ੍ਹਾਂ ਕਿਵੇਂ ਕਰਨ ਦੀ ਹੈ? ਕਹਿ ਰਹੇ ਕਿ ਅਸੀਂ ਹੁਣ ਸੋਧਾਂ ਕਰਨ ਨੂੰ ਤਿਆਰ ਹਾਂ, ਉਹਦੇ ਵਿੱਚ ਟੈਕਸ ਲਗਾਉਣ ਨੂੰ ਤਿਆਰ ਹਾਂ, ਉਸ ਦੇ ਵਿੱਚ ਲਾਇਸੈਂਸ ਦੇਣ ਨੂੰ ਤਿਆਰ ਹਾਂ। ਜੀ ਉਹ ਤਾਂ ਉਦੋਂ ਸੋਧ ਕਰਨ ਜਦੋਂ ਉਹਨਾਂ ਕੋਲ ਅਖਤਿਆਰ ਹੋਵੇ ਕਾਨੂੰਨ ਬਣਾਉਣ ਦਾ। ਅਖਤਿਆਰ ਹੀ ਹੈ ਨਹੀਂ। ਜਦੋਂ ਅਖਤਿਆਰ ਹੀ ਹੈ ਨਹੀਂ ਸਾਹਿਬ, ਕਿਹੜੇ ਅਖਤਿਆਰ ਨਾਲ ਉਹਨਾਂ ਨੇ ਉਹ ਕਾਨੂੰਨ ਬਣਾਇਆ? ਰੌਲਾ ਤਾਂ ਉੱਥੇ ਪਿਆ ਖੜਾ। ਔਰ 2013 ਜਦੋਂ ਰੱਦ ਕੀਤੇ ਜਾਣਗੇ ਇਹ ਵੇਲੇ, ਤਾਂ ਉਸ ਤੋਂ ਬਾਅਦ ਕੋਈ ਨਵਾਂ ਕਾਨੂੰਨ ਲੈ ਕੇ ਆਏਗੀ ਸਰਕਾਰ ਵੱਲੋਂ? ਕੋਈ ਨਵੀਆਂ ਚੀਜ਼ਾਂ ਲਿਆਂਦੀਆਂ ਜਾਣਗੀਆਂ? ਸਾਡੇ ਜਿਹੜੇ ਪੁਰਾਣੇ ਕਾਨੂੰਨ ਹੈ, ਕੋਈ ਨਵੇਂ ਕਾਨੂੰਨ ਕਿਸਾਨਾਂ ਵਾਸਤੇ ਹੁਣ ਵੀ ਅਸੀਂ 3 ਕਾਨੂੰਨ ਪਾਸ ਕੀਤੇ ਸਨ। ਕਾਨੂੰਨ ਤਾਂ ਹੁਣ ਵੀ 3 ਪਾਸ ਕੀਤੇ ਜਿਹੜੇ ਗਵਰਨਰ ਸਾਹਿਬ ਕੋਲ ਪਏ ਹੈ। ਕਾਨੂੰਨ ਤਾਂ ਬਣਦੇ ਰਹਿਣਗੇ ਜਦੋਂ ਤਾਈਂ ਲੋਕਤੰਤਰ ਚੱਲੂਗਾ, ਕਾਨੂੰਨ ਬਣਦੇ ਰਹਿਣਗੇ। ਪਰ ਸਾਡੇ ਕੋਲ ਮੋਦੀ ਸਾਹਿਬ ਵਾਲਾ ਅਹੰਕਾਰ ਹੈ ਨਹੀਂ। ਬੀਜੇਪੀ ਕਹਿ ਰਹੀ ਕਿ ਕਾਂਗਰਸ ਨੂੰ ਇਹ ਸੂਟ ਕਰਦਾ ਹੈ, ਕਾਂਗਰਸ 2022 ਨੂੰ ਦੇਖ ਰਹੀ ਹੈ ਔਰ ਇਸੇ ਹਿਸਾਬ ਨਾਲ ਕਿਸਾਨਾਂ ਨੂੰ ਵਰਗਲਾ ਰਹੀ ਹੈ। ਇਸੇ ਕਰਕੇ ਹੁਣ 4 ਸਾਲ ਬਾਅਦ 2013 ਦੀ ਯਾਦ ਆ ਗਈ, ਉਸ ਤੋਂ ਬਾਅਦ ਹੋਰ ਕਿਸਾਨਾਂ ਨੂੰ ਵਰਗਲਾਉਣ ਦਾ ਕੰਮ ਕੀਤਾ ਜਾ ਰਿਹਾ। 2013 ਦੀ ਯਾਦ ਤਾਂ ਇਹਨਾਂ ਨੂੰ ਆ ਗਈ, ਸਾਡੇ ਤਾਂ ਯਾਦ ਚੇਤੇ ਨਹੀਂ, ਉਹਦਾ ਕੋਈ ਲੈਣਾ ਦੇਣਾ ਨਹੀਂ, ਉਹ ਕਾਨੂੰਨ ਹੀ ਹੈ ਨਹੀਂ। ਅੱਛਾ, ਤੁਸੀਂ ਕਹਿ ਰਹੇ ਹੋ ਤਾਂ ਕਰ ਰਹੇ ਹੋ ਕਿਉਂਕਿ ਤੋਮਰ ਸਾਹਿਬ ਨੇ ਪਾਰਲੀਮੈਂਟ 'ਚ ਕਿਹਾ ਸੀ ਤਾਂ ਰੱਦ ਕੀਤਾ। ਉਹਨਾਂ ਨੂੰ ਝੂਠ ਪਤਾ ਲੱਗੇ, ਉੱਥੇ ਸਾਰੇ ਐਮਐਲਏ ਖੜੇ ਹੋ ਕੇ ਦੱਸਣਗੇ। ਕਾਲੀਆ ਸਾਹਿਬ ਤਾਂ ਬੈਠੇ ਨਹੀਂ ਅੰਦਰ, ਤਾਂ ਸਾਰੇ ਸਾਫ਼ ਹੋਏ ਬੈਠੇ ਆ, ਪਰ ਕਾਲੀਆ ਸਾਹਿਬ ਨੂੰ ਜਾ ਕੇ ਪੁੱਛੋ ਤਾਂ ਸਹੀ। ਮੈਂ ਤੁਹਾਨੂੰ ਹਾਂਜੀ, ਮਨੋਰੰਜਨ ਕਾਲੀਆ ਜੀ ਬੋਲੇ, ਇੱਕ ਬੰਦੇ ਬੋਲਿਆ ਸੀਗਾ ਉੱਥੇ। ਬਾਦਲ ਸਾਹਿਬ ਨੇ ਮੂਵ ਕੀਤਾ, ਕਾਲੀਆ ਸਾਹਿਬ ਨੇ ਸਮਰਥਨ ਕੀਤਾ ਤੇ ਵੌਇਸ ਵੋਟ ਨਾਲ ਉਹਨੂੰ ਕਰਕੇ ਇਹਨਾਂ ਨੇ ਨੱਕੀ ਕਰਤਾ ਕੰਮ। ਕਾਲੀਆ ਸਾਹਿਬ ਨੇ ਜੋ ਗੁਣਗਾਨ ਕੀਤੇ ਵੀ ਇਸ ਤੋਂ ਵਧੀਆ ਦਾ ਕਾਨੂੰਨ ਸਰ ਛੁੱਟਣਾ ਵੀ ਨਹੀਂ ਲੈ ਕੇ, ਜਿਹੜਾ ਉਹਨਾਂ ਨੇ ਦੱਸਿਆ ਜਵਾਬ ਦੇਣ। ਬਾਦਲ ਸਾਹਿਬ ਜਵਾਬ ਦੇਣ ਵੀ ਬਾਦਲ ਸਾਹਿਬ ਆਹ ਤੁਸੀਂ ਕੀ ਕੀਤਾ? ਬਾਦਲ ਸਾਹਿਬ ਨਹੀਂ ਬੋਲਦੇ, ਬਾਦਲ ਸਾਹਿਬ ਬੈਠੇ ਹੈ। ਹੁਣ ਛੋਟੇ ਬਾਦਲ ਸਾਹਿਬ ਨੂੰ ਪੁੱਛ ਲਓ ਵੀ ਆ ਕਿਉਂ ਬਣਾਇਆ ਸੀਗਾ। ਅਸੀਂ ਤਾਂ ਇਹਨਾਂ ਦੇ ਉੱਤੇ ਇਹਨਾਂ ਨੂੰ ਚਿਹਰਾ ਲੋਕਾਂ ਦੇ ਸਾਹਮਣੇ ਬੇਨਕਾਬ ਕਰਨ ਦਾ ਇੱਕ ਮੌਕਾ
ਤਾਂ ਫਿਲਹਾਲ ਜੋ ਹੈ ਅਕਾਲੀ ਸਰਕਾਰ ਦੇ ਵੇਲੇ ਜੋ ਪਾਸ ਹੋਇਆ ਸੀ ਕਾਨੂੰਨ ਕੰਟਰੈਕਟ ਫਾਰਮਿੰਗ ਦੇ ਨਾਲ ਜੁੜੀ ਇਹ ਵੱਡੀ ਖਬਰ ਦੱਸ ਰਹੀ ਹੈ ਉਸ ਨੂੰ ਰੱਦ ਕਰਨ ਦੀ ਤਿਆਰੀ ਦੇ ਵਿੱਚ ਹੈ ਕਾਂਗਰਸ। ਸਿੱਧੇ ਤੌਰ ਤੇ ਅਕਾਲੀ ਦਲ ਤੇ ਉੱਪਰ ਨਿਸ਼ਾਨੇ ਸਾਧੇ ਜਾ ਰਹੇ ਨੇ ਕਿ ਅਕਾਲੀ ਦਲ ਜਵਾਬਦੇਹੀ ਹੈ, ਅਕਾਲੀ ਦਲ ਜਵਾਬ ਦੇਵੇ ਕਿ ਆਖਿਰਕਾਰ ਉਸ ਵੇਲੇ ਕਿਉਂ ਪਾਸ ਕੀਤਾ ਗਿਆ ਸੀ। ਚਰਨਜੀਤ ਬਰਾੜ ਸਾਡੇ ਨਾਲ ਅਕਾਲੀ ਦਲ ਦੇ ਵੱਲੋਂ ਜੁੜ ਗਏ ਨੇ। ਤਾਂ ਚਰਨਜੀਤ ਜੀ, 2013 ਦੇ ਵਿੱਚ ਕੰਟਰੈਕਟ ਫਾਰਮਿੰਗ ਦਾ ਕਾਨੂੰਨ ਜੋ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਵੇਲੇ ਪਾਸ ਹੋਇਆ ਸੀ ਉਸ ਨੂੰ ਰੱਦ ਕਰਨ ਦੀ ਤਿਆਰੀ ਦੇ ਵਿੱਚ ਹੈ ਕਾਂਗਰਸ। ਨਿਸ਼ਾਨੇ ਹੁਣ ਤੁਹਾਡੇ ਸਰਕਾਰ ਤੇ ਤੁਹਾਡੇ ਸਮੇਂ ਤੇ ਸਾਧੇ ਜਾ ਰਹੇ ਨੇ। ਦੇਖੋ, ਇੱਕ ਗੱਲ ਹੈ, ਅਸੀਂ ਜਦੋਂ ਪਿਛਲਾ ਵਿਧਾਨ ਸਭਾ ਦਾ ਜਿਹੜਾ ਡਰਾਮਾ ਇਹਨਾਂ ਨੇ ਕੀਤਾ ਸੀ, ਅਸੀਂ ਉਦੋਂ ਵੀ ਕਿਹਾ ਸੀ ਵੀ 2017 ਦੇ ਤਿੰਨੇ ਤੁਹਾਡੇ ਕਾਨੂੰਨ ਬਣਾਏ ਉਹ ਵੀ ਰੱਦ ਕਰ ਦਿਓ, ਜੇ 2013 ਦਾ ਸਾਡੇ ਵੇਲੇ ਦਾ ਬਣਿਆ ਰੱਦ ਕਰਨਾ ਉਹ ਵੀ ਰੱਦ ਕਰੋ, ਸਾਰੇ ਦੇ ਸਾਰੇ ਰੱਦ ਕਰੋ ਤੇ ਪੰਜਾਬ ਨੂੰ APMC ਐਕਟ ਦੇ ਥੱਲੇ ਸਾਰੇ ਨੂੰ ਡਿਕਲੇਅਰ ਕਰੋ ਤੇ ਤਾਂ ਕਿ ਕੋਈ ਬਾਹਰ ਦਾ ਜਿਹੜਾ ਕੋਈ ਵੀ ਪ੍ਰਾਈਵੇਟ ਕਾਰਪੋਰੇਟ ਘਰਾਣਾ ਹੈ ਉਹ ਵੜ ਨਾ ਸਕੇ। ਮੈਂ ਜਾਖੜ ਸਾਹਿਬ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਹਾਂ ਕਿ 13 ਤੋਂ ਲਾ ਕੇ 2020 ਤੱਕ ਕਿਸੇ ਵੀ ਕਿਸਾਨ ਦਾ ਉਸ ਕਾਨੂੰਨ ਨਾਲ ਨੁਕਸਾਨ ਹੋਇਆ ਹੋਵੇ, ਉਹਨਾਂ ਕਾਨੂੰਨਾਂ ਨੂੰ ਸਾਡੇ ਵਾਲੇ ਨੂੰ ਜੇ ਤੁਸੀਂ ਕੇਂਦਰ ਦੇ ਕਾਨੂੰਨ ਨਾਲ ਜੋੜੋਗੇ ਤਾਂ ਮੇਰਾ ਖਿਆਲ ਹੈ ਕਿ ਉਹ ਇੱਕ ਜ਼ਿਆਦਤੀ ਹੋਏਗੀ। ਪਰ ਅਸੀਂ ਫੇਰ ਵੀ ਕਹਿੰਦੇ ਆ ਕਿ ਜੇ ਸਾਡੇ ਵੇਲੇ ਉਹ ਵਾਲਾ ਕਾਨੂੰਨ ਵੀ ਡਿੱਕਾ ਬਣਦਾ ਹੈ ਤੇ ਉਹ ਵੀ ਰੱਦ ਕਰ ਦਿਓ, ਤਿੰਨੇ ਤੁਹਾਡੇ ਵੇਲੇ ਜਿਹੜੇ 2017 ਚ ਬਣੇ ਉਹ ਵੀ ਰੱਦ ਕਰ ਦਿਓ ਤੇ ਨਾਲ ਪੰਜਾਬ ਨੂੰ APMC ਐਕਟ ਦੇ ਥੱਲੇ ਸਾਰੇ ਨੂੰ ਡਿਕਲੇਅਰ ਕਰੋ ਤਾਂ ਕਿ ਕੇਂਦਰ ਦਾ ਕਾਲਾ ਕਾਨੂੰਨ ਸਾਡੇ ਪੰਜਾਬ ਤੇ ਕੋਈ ਲਾਗੂ ਹੀ ਨਾ ਹੋ ਸਕੇ। ਉਸ ਪਾਸੇ ਨੂੰ ਤਾਂ ਗਏ ਨਹੀਂ ਕੈਪਟਨ ਸਾਹਿਬ, ਉਸ ਵੇਲੇ ਤਾਂ ਇਹਨਾਂ ਨੇ ਅਮੈਂਡਮੈਂਟ ਕਰਤੀ। ਅਮੈਂਡਮੈਂਟ ਦਾ ਮਤਲਬ ਇਹ ਸੀ ਕਿ ਅਸੀਂ ਉਹਨਾਂ ਦਾ ਕੇਂਦਰ ਦਾ ਕਾਨੂੰਨ ਜਿਹੜਾ ਉਹ ਮੰਨ ਲਿਆ। ਇਸ ਕਰਕੇ ਜਾਖੜ ਸਾਹਿਬ ਤੁਹਾਡੀਆਂ ਸਾਰੀਆਂ ਗੱਲਾਂ ਲੋਕਾਂ ਦੇ ਵਿੱਚ ਕੇਂਦਰ ਨਾਲ ਕੀ ਮਿਲੀ ਭੁਗਤ ਹੈ, ਇਹੋ ਜਿਹੇ ਕਿਸਾਨੀ ਸੰਘਰਸ਼ ਦੇ ਦੌਰਾਨ ਚੋਣਾਂ ਕਰਵਾਉਣੀਆਂ, ਕਿਸਾਨੀ ਸੰਘਰਸ਼ ਦੇ ਦੌਰਾਨ ਸਕੂਲ ਕਾਲਜ ਖੋਲਣੇ, ਕਿਸਾਨੀ ਸੰਘਰਸ਼ ਦੇ ਦੌਰਾਨ 125 ਬੰਦਾ ਦਿੱਲੀ ਦੀ ਪੁਲਿਸ ਫੜ ਕੇ ਲੈ ਜੇ, ਤੁਸੀਂ ਤੇ ਤੁਹਾਡੇ ਮੁੱਖ ਮੰਤਰੀ ਹੋਮ ਮਿਨਿਸਟਰ ਮੂਕ ਦਰਸ਼ਕ ਬਣ ਕੇ ਬੈਠੇ ਦੇਖਦੇ ਰਹਿਣ। ਚਰਨਜੀਤ ਬਰਾੜ ਜੀ, ਥੋੜੀ ਟਾਈਮਿੰਗ ਦੇ ਉੱਪਰ ਵੀ ਸਵਾਲ ਚੁੱਕੇ ਜਾ ਰਹੇ ਨੇ। ਕੀ ਲੱਗਦਾ ਹੈ ਕਿ ਇਸ ਵੇਲੇ ਕਾਂਗਰਸ ਦੇ ਵੱਲੋਂ ਇਸ ਤਰ੍ਹਾਂ ਦਾ ਸਟੈਪ ਲਿਆ ਜਾਣਾ ਕਿਸ ਵਾਲੇ ਪਾਸੇ ਇਸ਼ਾਰਾ ਕਰ ਰਿਹਾ ਹੈ? ਮੈਂ ਇੱਕ ਗੱਲ ਕਹੂੰਗਾ, ਇਹ ਕਿ ਫੋਕੀ ਸ਼ੋਹਰਤ ਖੱਟਣੀ ਚਾਹੁੰਦੇ ਆ। ਵਿਧਾਨ ਸਭਾ ਦਾ ਸੈਸ਼ਨ ਜਦੋਂ ਬੁਲਾਇਆ ਸੀ, ਮੈਂ ਫੇਰ ਕੈਟਾਗੋਰੀਕਲੀ ਕਹਣਾ ਹੈ, ਅਸੀਂ ਲਿਖਤੀ ਰੂਪ ਚ ਦਿੱਤਾ ਸੀ ਵੀ 2017 ਵਾਲੇ ਵੀ ਤਿੰਨੇ ਕਾਨੂੰਨ ਕਾਂਗਰਸ ਪਾਰਟੀ ਵਾਲੇ ਰੱਦ ਕਰੋ ਔਰ ਜੇ 2013 ਵਾਲਾ ਕਰਨਾ ਚਾਹੁੰਦੇ ਉਹ ਵੀ ਰੱਦ ਕਰੋ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਬਸ਼ਰਤੇ ਕਿ ਅਸੀਂ ਕਿਸਾਨ ਦੇ ਨਾਲ ਖੜੀਏ। ਗੱਲ ਇਹ ਹੈ ਕਿ ਕਾਂਗਰਸ ਪਾਰਟੀ ਨੇ ਇਕੱਲਾ ਡਰਾਮਾ ਕਰਨਾ, ਜੋ ਕੇਂਦਰ ਕਹਿੰਦੀ ਹੈ ਉਹਦੇ ਮੁਤਾਬਕ ਇਹਨਾਂ ਨੇ ਚੱਲਣਾ ਹੈ। ਅੱਜ ਤੱਕ ਦੀਆਂ ਜੋ ਗਤੀਵਿਧੀਆਂ ਚੱਲ ਰਹੀਆਂ, ਜੋ ਕੇਂਦਰ ਦਾ ਇਸ਼ਾਰਾ ਹੁੰਦਾ ਕੈਪਟਨ ਅਮਰਿੰਦਰ ਸਿੰਘ ਉਹ ਗੱਲ ਕਰਦੇ ਆ, ਇਸ ਤੋਂ ਇਲਾਵਾ ਕੁਝ ਨਹੀਂ ਕਰਦੇ। ਵਰਨਾ ਜੇ ਸਾਡੇ ਕੋਲੇ ਐਕਟ ਹੈਗਾ ਕਿ ਅਸੀਂ APMC ਐਕਟ ਦੇ ਥੱਲੇ ਸਾਰੇ ਪੰਜਾਬ ਨੂੰ ਡਿਕਲੇਅਰ ਕਰ ਸਕਦੇ ਆ ਤੇ ਕੇਂਦਰ ਦੇ ਕਾਨੂੰਨ ਸਾਡੇ ਲਾਗੂ ਹੀ ਨਹੀਂ ਰਹਿ ਸਕਦੇ, ਫਿਰ ਉਹ ਕਿਉਂ ਨਹੀਂ ਕਰਦੇ? ਇਸ ਕਰਕੇ ਇਹਨਾਂ ਨੇ ਜੋ ਕੇਂਦਰ ਨੇ ਕਹਿਣਾ ਉਹ ਕਰਨਾ। ਜਾਖੜ ਸਾਹਿਬ ਬਿਆਨ ਵੱਡੇ ਦਿੰਦੇ ਆ ਪਰ ਧਰਤੀ ਤੇ ਸਥਿਤੀ ਉਲਟ ਹੈ। ਇਹਨਾਂ ਦੇ ਅਬੋਰ ਦੇ ਵਿੱਚ ਹੀ ਹੈ, ਇਹਨਾਂ ਨੇ ਤਾਂ ਕਾਨੂੰਨ ਇੰਪਲੀਮੈਂਟ ਕਰਕੇ ਉਹ ਜਿਹੜਾ ਸੀਗਾ ਮਾਰਕੀਟ ਕਮੇਟੀ ਦੇ ਸੈਕਟਰੀ ਨੇ ਇੱਕ ਕੇਸ ਭੇਜਿਆ ਸੀ, ਇਹਨਾਂ ਨੇ ਤਾਂ ਲਾਗੂ ਵੀ ਕਰਾਤੇ ਆਪਦੇ ਇਲਾਕੇ ਦੇ ਵਿੱਚ। ਜੀ ਚਰਨਜੀਤ ਬਰਾੜ ਜੀ, ਸ਼ੁਕਰੀਆ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਗੱਲਬਾਤ ਕਰਨ ਦੇ ਲਈ। ਤਾਂ ਅਕਾਲੀ ਦਲ ਦੇ ਵੱਲੋਂ ਸਿੱਧੇ ਤੌਰ ਤੇ ਕਾਂਗਰਸ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ, ਕਾਂਗਰਸ ਦੀ ਕੇਂਦਰ ਦੇ ਨਾਲ ਮਿਲੀ ਭੁਗਤ ਦੇ ਇਲਜ਼ਾਮ ਲਗਾਏ ਜਾ ਰਹੇ ਨੇ, ਪਰ ਫਿਰ ਵੀ ਅਕਾਲੀ ਦਲ ਕਹਿ ਰਿਹਾ ਹੈ ਕਿ 2017 ਦੇ ਵਿੱਚ ਜੋ ਕਾਨੂੰਨ ਬਣਾਏ ਗਏ ਨੇ ਕਾਂਗਰਸ ਉਹ ਰੱਦ ਕਰੇ ਤੇ ਜੇਕਰ ਲੱਗਦਾ ਹੈ ਕਿ 2013 ਵਾਲਾ ਕਾਨੂੰਨ ਮੁਸ਼ਕਿਲ ਪੈਦਾ ਕਰ ਸਕਦੇ ਨੇ ਜਾਂ ਉਸ ਦੀ ਤੁਲਨਾ ਜੋ ਹੁਣ ਦੇ ਕਾਨੂੰਨਾਂ ਨਾਲ ਕੀਤੀ ਜਾ ਰਹੀ ਹੈ ਤਾਂ ਕੋਈ ਆਪੱਤੀ ਉਹਨਾਂ ਨੂੰ ਨਹੀਂ ਹੈ, ਕੋਈ ਪਰੇਸ਼ਾਨੀ ਨਹੀਂ ਹੈ। 2013 ਵਾਲੇ ਕਾਨੂੰਨ ਵੀ ਰੱਦ ਕੀਤੇ ਜਾ ਸਕਦੇ ਨੇ ਪਰ ਬਸ਼ਰਤੇ ਕਿਸਾਨਾਂ ਦੇ ਨਾਲ ਖੜੇ ਹੋਣੀ ਚਾਹੀਦੀ ਹੈ ਸਰਕਾਰ ਤੇ 2017 ਵਾਲੇ ਕਾਨੂੰਨ ਵੀ ਰੱਦ ਹੋਣੇ ਚਾਹੀਦੇ ਨੇ। ਤਾਂ ਫਿਲਹਾਲ ਕੰਟਰੈਕਟ ਫਾਰਮਿੰਗ ਦੇ ਨਾਲ ਜੁੜੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਸੁਨੀਲ ਜਾਖੜ ਦੇ ਵੱਲੋਂ ਸਿੱਧੇ ਤੌਰ ਤੇ ਜੋ ਗੱਲਾਂ ਕਹੀਆਂ ਗਈਆਂ ਨੇ ਅਕਾਲੀ ਦਲ ਤੇ ਉਹਨਾਂ ਦੀ ਸਰਕਾਰ ਵੇਲੇ ਤੋਂ ਨਿਸ਼ਾਨਾ ਸਾਧਿਆ ਗਿਆ ਹੈ ਕਿ 2013 ਦੇ ਵਿੱਚ ਪੰਜਾਬ ਦੇ ਵਿੱਚ ਕੰਟਰੈਕਟ ਫਾਰਮਿੰਗ ਦਾ ਜੋ ਕਾਨੂੰਨ ਲਾਗੂ ਹੋਇਆ ਸੀ ਉਸ ਤੋਂ ਬਾਅਦ ਤੋਂ ਹੀ ਕਿਉਂ ਨਹੀਂ ਅਕਾਲੀ ਦਲ ਨੇ ਇਸ ਤੇ ਸਵਾਲ ਖੜੇ ਕੀਤੇ ਜਾਂ ਇਸ ਨੂੰ ਰੱਦ ਕੀਤਾ। ਪਰ ਹਾਲਾਂਕਿ ਅਕਾਲੀ ਦਲ ਕਹਿ ਰਿਹਾ ਹੈ ਕਿ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ ਜੇਕਰ ਕਾਂਗਰਸ ਇਸ ਨੂੰ ਰੱਦ ਕਰਨਾ ਚਾਹੁੰਦੀ ਹੈ, ਜੇਕਰ ਲੱਗਦਾ ਹੈ ਕਿ ਇਸ ਦੇ ਨਾਲ ਕਿਸਾਨਾਂ ਦਾ ਕੋਈ ਨੁਕਸਾਨ ਹੋ ਰਿਹਾ ਤਾਂ ਕਾਂਗਰਸ ਇਸ ਨੂੰ ਰੱਦ ਕਰ ਸਕਦੀ ਹੈ। ਪਰ 2017 ਦੇ ਵਿੱਚ ਜੋ ਕਾਨੂੰਨ ਬਣਾਏ ਨੇ ਕਾਂਗਰਸ ਨੇ ਉਸ ਨੂੰ ਵੀ ਜੋ ਹੈ ਉਹ ਰੱਦ ਕਰਨਾ ਪਵੇਗਾ। तो फिलहाल एक छोटे ਜਿਹੇ ब्रेक के लिए रोकते हैं। ब्रेक के उस पार भी खबरों का सिलसिला लगातार जारी रहेगा।